ਕਮੀ ਨੂੰ ਕਿਵੇਂ ਪੂਰਾ ਕਰਨਗੇ ਲੋਕ? ਮੈਨੂੰ ਲੱਗਦਾ ਹੈ ਕਿ ਕੋਈ ਭੁਲਾ ਨਹੀਂ ਪਾਏਗਾ ਉਹਨਾਂ ਨੂੰ, ਗੀਤ ਹਮੇਸ਼ਾ ਉਹਨਾਂ ਦੇ ਯਾਦ ਰਹਿਣਗੇ। ਅੱਜ ਇੱਕ ਯੁੱਗ ਦਾ ਅੰਤ ਹੋਇਆ ਕਿਉਂਕਿ ਦੇਵ ਤਰੀਕੇ ਵਾਲਾ ਐਸੇ ਗੀਤਕਾਰ, ਐਸੇ ਉਸਤਾਦ ਗੀਤਕਾਰ ਹਜ਼ਾਰਾਂ ਲੱਖਾਂ ਸਾਲਾਂ ਬਾਅਦ ਪੈਦਾ ਹੁੰਦੇ ਨੇ। ਗੀਤਕਾਰ ਬਹੁਤ ਸਾਰੇ ਲੋਕਾਂ ਦੇ ਗੀਤ ਰਿਕਾਰਡ ਹੁੰਦੇ, ਸਾਡੇ ਵੀ ਹੋਇਆ, ਬਹੁਤ ਸਾਰੇ ਉਹਨਾਂ ਦੇ ਸਮਕਾਲੀ ਵੀ ਨੇ, ਪਰ ਇਸ ਲੈਵਲ 'ਤੇ ਇਹ ਜਗ੍ਹਾ ਬਣ ਜਾਣੀ ਮਾਨਕ ਸਾਹਿਬ ਦਾ ਅਤੇ ਦੇਵ ਤਰੀਕਿਆਂ ਦਾ ਚੱਲ ਜਾਣਾ, ਇੱਕ ਗਾਇਕੀ ਦਾ ਅਤੇ ਸ਼ਾਇਰੀ ਦਾ, ਗੀਤਕਾਰੀ ਦਾ ਯੁੱਗ ਖਤਮ ਹੋਇਆ ਵਾ। ਕਲਮਾਂ ਤਾਂ ਬਹੁਤ ਨੇ, ਲੇਕਿਨ ਉਹ ਕੁਝ ਇੱਕ ਕਲਮਾਂ ਹੁੰਦੀਆਂ ਜਿਹੜੀਆਂ ਆਪਣੇ ਸੱਭਿਆਚਾਰ ਲਈ ਲਿਖਦੀਆਂ, ਆਪਣੇ ਇਤਿਹਾਸ ਲਈ ਲਿਖਦੀਆਂ, ਆਪਣੇ ਲੋਕ ਕਿੱਸਿਆਂ ਨੂੰ ਖੂਬਸੂਰਤੀ ਨਾਲ ਲਿਖਦੀਆਂ ਨੇ। ਦੇਵ ਭਾਜੀ ਨੇ ਜ਼ਿੰਦਗੀ ਦੇ ਵਿੱਚ ਜਿਸ ਵੀ ਕਿਸੇ ਕਲਾਕਾਰ ਦਾ ਹੱਥ ਫੜਿਆ, ਫਨਕਾਰ ਦਾ ਹੱਥ ਫੜਿਆ, ਰੋਟੀ ਤਾਂ ਰੱਬ ਹੀ ਦਿੰਦਾ, ਪਰ ਇਹ ਵੀ ਦੇਵ ਭਾਜੀ ਵੀ ਸਾਡੇ ਕਲਾਕਾਰਾਂ ਦੇ ਅੰਨਦਾਤਾ ਹੀ ਰਹੇ ਨੇ। ਮੈਂ ਭਾਜੀ ਉਹਨਾਂ ਕੋਲ ਬੈਠਾ ਸੀ, ਬਾਹਰ ਤਰੀਕਿਆਂ ਵਾਲੇ ਠੇਕੇ 'ਤੇ ਬੈਠੇ ਸੀ, ਪਿੱਛੇ ਤਖਤ ਪੋਸ 'ਤੇ, ਕਹਿੰਦੇ ਹੁਣ ਕੋਈ ਇਹੋ ਜਿਹਾ ਕੰਮ ਕਰੀਏ ਵੀ ਲੋਕ ਕਹਿਣੇ ਨਵੀਂ ਗੱਲ ਹੈ। ਫਿਰ ਸਾਡੇ ਚਾਰੇ ਪਾਸੇ ਉਹਨਾਂ ਦਿਨਾਂ 'ਚ ਇੱਕ ਰਿਕਾਰਡ ਐਡਵਾਂਸ ਹੀ ਰਿਲੀਜ਼ ਹੋ ਗਿਆ ਸੀ ਸ਼ੋਲੇ ਫਿਲਮ ਦਾ। ਸ਼ੋਲੇ ਫਿਲਮ ਦੇ ਡਾਇਲੋਗ ਬਹੁਤ ਮਸ਼ਹੂਰ ਹੋਏ ਅਤੇ ਮੈਂ ਕਿਹਾ ਬਾਈ ਜੀ ਜਿਉਣਾ ਮੋੜ ਤਾਂ ਤੁਸੀਂ ਲਿਖਤਾ, ਹੁਣ ਇਹਦੇ ਡਾਇਲੋਗ ਵੀ ਆਪਾਂ ਲਿਖੀਏ, ਕਿਉਂਕਿ ਜੇ ਸ਼ੋਲੇ ਫਿਲਮ ਅੱਜ ਤੱਕ ਹਿੱਟ ਹੈ ਉਹ ਡਾਇਲੋਗਾਂ ਕਰਕੇ ਵੀ ਹਿੱਟ ਹੈ, ਜੇ ਜਿਉਣਾ ਮੋੜ ਅੱਜ ਤੱਕ ਵੀ ਹਿੱਟ ਹੈ ਉਹ ਵੀ ਡਾਇਲੋਗਾਂ ਕਰਕੇ ਹੈ। ਤੁਰ ਜਾਂਦਾ ਜੱਗ ਤੋਂ ਬੰਦਾ, ਯਾਦਾਂ ਰਹਿ ਜਾਂਦੀਆਂ ਨੇ, ਜਾਂ ਕਹਿ ਲੋਗਾ ਕਿ ਰਹੇਗਾ ਜ਼ਮਾਨਾ तो तुम याद आओगे, यादें तो बहुत आएंगी पर तुम ना आओगे। हरदेव दिलगीर साहब। मैं कदे भी नहीं देखा भी किसी कलाकार ने कहा होवे मैं तुहानू पैसे दिना, वो कहते सी तुसी चंगा गाओ तुहानू पैसे मैं दिना, ते जिहड़ा कुछ मैं लिखूंगा तुहानू सारी उम्र पैसे दूंगा। ਅੱਜ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦੇਣ ਲਈ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਪਹੁੰਚੇ ਨੇ। ਇਸ ਗੱਲ ਨੂੰ ਮੰਨ ਲੈਣਾ ਕਿ ਅੱਜ ਬਾਬਾ ਬੋਹੜ ਪੰਜਾਬੀ ਗੀਤਕਾਰੀ ਦੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਬੇਹੱਦ ਔਖਾ ਹੈ, ਤੇ ਕਿਹਾ ਜਾ ਰਿਹਾ ਕਿ ਅੱਜ ਇੱਕ ਯੁੱਗ ਦਾ ਅੰਤ ਹੋ ਗਿਆ। ਤੇ ਨਮ ਅੱਖਾਂ ਦੇ ਨਾਲ ਸਾਰੇ ਪਹੁੰਚੇ ਨੇ ਇੱਥੇ, ਤਾਂ ਗੱਲਬਾਤ ਕਰਾਂਗੇ। ਪੰਜਾਬੀ ਇੰਡਸਟਰੀ ਦੇ ਕੁਝ ਕਲਾਕਾਰ ਸਾਡੇ ਨਾਲ ਮੌਜੂਦ ਨੇ। बड़े गीत उन्होंने वालों लिखे गए, पंजाबी सभ्याचार की गल करिए तो शब्दों जिस तरह उन्होंने संजो के रखा, अज की पीढ़ी उन्होंने गीत सुनती है तो याद रखती है, तो रहिंदी दुनिया तक जरूर याद रखे जाएंगे उन्होंने गीत। गल है जी सारी संगत इकत्र हुई है। हुण गुरुद्वारा साहब साडे बहुत ही सत्कारयोग युग पुरुष मैं तो कहूँगा देव तरीके वाले मास्टर हरदेव जी कहते सी, उन्होंने अज दुनिया तो चले गए हैं। अज गुरुद्वारा साहब अंतिम संस्कार तो बाद अरदास की गई है, जिन्नी संगत इकट्ठी हुई है, मैं कहा भी देव तरीके वाला किसी का नाम नहीं यहो बनया, किसी गीतकार का साफ सुथरा नाम। बाकी उन्होंने दुनिया याद करूगी देव जी उन्होंने। बाकी जिन्नियां साडियां संस्थावां उन्होंने वालों साडे जसवंत संधीला जी प्रधान साहब खड़े नाल, बाकी जिन्ने अज लोग आए आ सारे शरधा के फुल भेंट करने आए आ। गुरु महाराज अगे अरदास करते हैं भी उन्होंने अपने चरणों में रखे। रीढ़ की हड्डी कहा जाता है पंजाबी गीतकारी दे विच, रीढ़ की हड्डी कहा जाता है। इस कमी नूं किवें पूरा करनगे लोग? मैनूं लगदा है कि कोई भुला नहीं पाएगा उन्होंने, गीत हमेशा उन्हां दे याद रहणगे। ਅੱਜ ਇੱਕ ਯੁੱਗ ਦਾ ਅੰਤ ਹੋਇਆ ਕਿਉਂਕਿ ਦੇਵ ਤਰੀਕੇ ਵਾਲਾ ਐਸੇ ਗੀਤਕਾਰ, ਐਸੇ ਉਸਤਾਦ ਗੀਤਕਾਰ ਹਜ਼ਾਰਾਂ ਲੱਖਾਂ ਸਾਲਾਂ ਬਾਅਦ ਪੈਦਾ ਹੁੰਦੇ ਨੇ, ਅਤੇ ਇਹ ਉਹ ਗੀਤਕਾਰ ਸੀ ਜਿਨ੍ਹਾਂ ਨੂੰ ਦੇਖ ਕੇ ਅਸੀਂ ਬਹੁਤ ਸਾਰੇ ਗੀਤ ਜਿਹੜੇ ਨਵੇਂ ਸੀ ਇਸ ਲਾਈਨ 'ਚ ਆਏ, ਇਹਨਾਂ ਤੋਂ ਮੁਤਾਸਰ ਹੋ ਕੇ ਅਸੀਂ ਗੀਤਕਾਰ ਬਣੇ ਆ। ਸਾਡੇ ਉਸਤਾਦਾਂ ਸਮਾਨ ਸੀ, ਸਾਡੇ ਵੱਡੇ ਭਰਾਵਾਂ ਸੀ, ਸਾਡੇ ਦੋਸਤ ਵੀ ਸੀ, ਸਾਡੇ ਪਰਿਵਾਰਕ ਮੈਂਬਰ ਵੀ ਸੀ। ਅੱਜ ਇਹ ਜਿਹੜਾ ਦੇਵ ਤਰੀਕਿਆਂ ਦਾ ਦੁਨੀਆ ਤੋਂ ਚਲੇ ਜਾਣਾ, ਪੰਜਾਬੀ ਸੰਗੀਤ ਜਗਤ ਵਿੱਚ, ਪੰਜਾਬੀ ਗੀਤਕਾਰੀ, ਪੰਜਾਬੀ ਸ਼ਾਇਰੀ ਵਿੱਚ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਹ ਅੱਜ ਦਾ ਸਮਝ ਲਓ ਵਾਰਿਸ ਸ਼ਾਹ ਚਲੇ ਗਿਆ, ਅੱਜ ਦਾ ਹਾਸ਼ਮ ਚਲੇ ਗਿਆ, ਅੱਜ ਦਾ ਪੀਲੂ ਚਲੇ ਗਿਆ, ਦੇਵ ਤਰੀਕੇ ਵਾਲਾ ਨੇ ਗਿਆ। ਕਦੀ ਕਿਸੇ ਅਸਲੇ ਦੀ ਗੱਲ ਨਹੀਂ ਕੀਤੀ, ਕਦੀ ਕੋਈ ਪੱਦੀ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ, ਫਿਰ ਵੀ ਬਹੁਤ ਪਿਆਰ ਮਿਲਿਆ ਗੀਤਾਂ ਨੂੰ। ਹਾਲਾਂਕਿ ਅੱਜ ਕੱਲ੍ਹ ਦੀ ਪੀੜ੍ਹੀ ਹੈ ਅਸਲਿਆਂ ਦੀ ਗੱਲ ਕਰਦੀ ਹੈ, ਗੋਲੀਆਂ ਦੀ ਗੱਲ ਹੁੰਦੀ ਹੈ, ਬੰਦੂਕਾਂ ਦੀ ਗੱਲ ਹੁੰਦੀ ਹੈ ਅੱਜ ਕੱਲ੍ਹ ਦੇ ਗਾਣਿਆਂ ਦੇ ਵਿੱਚ, ਬਟ ਵਧੀਆ ਸ਼ਬਦਾਵਲੀ ਦੇ ਨਾਲ ਗਾਣੇ ਲਿਖੇ, ਪਰ ਫਿਰ ਵੀ ਲੋਕਾਂ ਨੇ ਹਮੇਸ਼ਾ ਪਿਆਰ ਦਿੱਤਾ। ਨਹੀਂ, ਇੰਨਾ ਪਿਆਰ ਤਾਂ ਕਿਸੇ ਨੂੰ ਮਿਲਣਾ ਇਹ ਬਹੁਤ ਵੱਡੇ ਮੁਕੱਦਰ ਦੀ ਗੱਲ ਹੁੰਦੀ ਆ, ਕਿਉਂਕਿ ਗੀਤਕਾਰ ਬਹੁਤ ਸਾਰੇ ਲੋਕਾਂ ਦੇ ਗੀਤ ਰਿਕਾਰਡ ਹੁੰਦੇ, ਸਾਡੇ ਵੀ ਹੋਇਆ, ਬਹੁਤ ਸਾਰੇ ਉਹਨਾਂ ਦੇ ਸਮਕਾਲੀ ਵੀ ਨੇ, ਪਰ ਇਸ ਲੈਵਲ 'ਤੇ ਇਹ ਜਗ੍ਹਾ ਬਣ ਜਾਣੀ ਮਾਨਕ ਸਾਹਿਬ ਦਾ ਅਤੇ ਦੇਵ ਤਰੀਕਿਆਂ ਦਾ ਚੱਲ ਜਾਣਾ,
ਇੱਕ ਗਾਇਕੀ ਦਾ ਤੇ ਸ਼ਾਇਰੀ ਦਾ ਗੀਤਕਾਰੀ ਦਾ ਯੁੱਗ ਖਤਮ ਹੋਇਆ ਵਾ ਕਿਉਂਕਿ ਇਹ ਘਾਟਾ ਜਾਣੀ ਐਸੀ ਜੋੜੀ ਜਾਂ ਐਸਾ ਗੀਤਕਾਰ ਦੁਬਾਰਾ ਪੈਦਾ ਹੋਣਾ ਮੁਸ਼ਕਲ ਆ। ਅਸੀਂ ਦੁਆ ਕਰਦੇ ਹਾਂ ਪਰਮਾਤਮਾ ਕਿ ਸੱਚੇ ਪਾਤਸ਼ਾਹ ਪੰਜਾਬੀ 'ਚ ਕਿਸੇ ਚੀਜ਼ ਦਾ ਘਾਟਾ ਨਾ ਰਹੇ, ਪਰ ਇਹ ਘਾਟਾ ਰਹੂਗਾ, ਇਹ ਪੂਰਾ ਨਹੀਂ ਹੋਊਗਾ, ਕਦੀ ਨਹੀਂ ਹੋਊਗਾ। ਜੀ ਤੁਹਾਡੀ ਆਖਰੀ ਗੱਲ ਕਦੋਂ ਹੋਈ ਸੀ? ਸਾਡੀ ਆਖਰੀ ਅਸੀਂ ਅਕਸਰ ਉਹਨਾਂ ਨੂੰ ਮਿਲਦੇ ਰਹਿੰਦੇ ਸੀ। ਮੈਂ ਕਿਹਾ ਮਹੀਨਾ 2 ਮਹੀਨੇ ਹੋ ਗਏ ਅਸੀਂ ਮਿਲ ਕੇ ਗਏ ਸੀ ਕਿਉਂਕਿ ਟੈਲੀਫੋਨ 'ਤੇ ਘੱਟ ਗੱਲ ਕਰਦੇ ਸੀ। ਉਹਨਾਂ ਦੀ ਤਬੀਅਤ ਬਹੁਤੀ ਸਾਗਰ ਨਹੀਂ ਰਹਿੰਦੀ ਸੀ। ਅਸੀਂ ਦਰਸ਼ਨ ਕਰਨ ਆਉਂਦੇ ਹੁੰਦੇ ਸੀ ਕਿਉਂਕਿ ਅਸੀਂ ਤਾਂ ਵੈਸੇ ਵੀ ਉਹਨਾਂ ਦਾ ਪਿਆਰ ਸਤਿਕਾਰ ਨਾਲ ਹੀ ਆਉਂਦੇ ਸੀ, ਜਿਵੇਂ ਆਪਣੇ ਬਜ਼ੁਰਗ ਨੂੰ, ਵੱਡੇ ਭਰਾ ਨੂੰ ਮਿਲ ਆਉਣਾ। ਇਹ ਸ਼ਰਨਜੀਤ ਹੋਣੀ ਇਸ ਨਗਰ ਦੇ ਪੁਰਾਣੇ ਵਸਿੰਦੇ ਨੇ, ਇਹਨਾਂ ਦਾ ਬਹੁਤ ਪਿਆਰ ਸੀ ਉਹਨਾਂ ਦਾ। ਹਰ ਮੈਂ ਕਿਹਾ ਇੱਕ ਐਸਾ ਇਨਸਾਨ ਸੀ, ਮੈਂ ਕਦੀ ਉਹ ਕਿਸੇ ਕੋਲ ਗੁੱਸੇ ਜਾਂ ਕਦੀ ਉਹ ਨੌ ਦਲਗੀਰ ਸੀ ਪਰ ਦਲਗੀਰ ਦੇਖੇ ਨਹੀਂ ਸੀ। ਹਮੇਸ਼ਾ ਖੁਸ਼ਦਿਲ ਸੀ ਇਨਸਾਨ ਸੀ, ਹਰ ਇੱਕ ਦਾ ਭਲਾ ਚਾਹੁਣ ਵਾਲੇ ਸੀ, ਫਰਾਖ ਦਿਲ ਆਦਮੀ ਸੀ, ਫਰਾਖ ਦਿਲ। ਤੁਸੀਂ ਵੀ ਉਹਨਾਂ ਦੇ ਲਿਖੇ ਗੀਤ ਗਾਏ ਹੈ। ਹਮੇਸ਼ਾ ਇੱਕ ਸਦਭਾਵਨਾ ਦੀ ਗੱਲ ਕੀਤੀ ਗਈ ਹੈ, ਗੀਤਾਂ ਦੇ ਵਿੱਚ ਪੱਦੀ ਸ਼ਬਦਾਵਲੀ ਦੀ ਵਰਤੋਂ ਨਹੀਂ ਹੋਈ, ਫਿਰ ਵੀ ਗੀਤਾਂ ਨੂੰ ਬੇਹੱਦ ਪਿਆਰ ਕੀਤਾ ਗਿਆ ਤੇ ਰਹਿੰਦੀ ਦੁਨੀਆ ਤੱਕ ਉਹਨਾਂ ਦੇ ਗੀਤਾਂ ਨੂੰ ਇਸੇ ਤਰ੍ਹਾਂ ਦੇ ਪਿਆਰ ਦਿੱਤਾ ਜਾਏਗਾ। ਹਾਂਜੀ, ਬਿਲਕੁਲ ਸਹੀ ਤੁਸੀਂ ਕਿਹਾ ਕਿ ਦੇਵ ਤਰੀਕਿਆਂ ਵਾਲਾ ਜਾਂ ਹਰਦੇਵ ਦਲਗੀਰ, ਗੱਲ ਤਾਂ ਇੱਕੋ ਹੀ ਹੈ, ਪਰ ਦੁਨੀਆ ਦੇ ਵਿੱਚ ਜੇ ਤਰੀਕੇ ਦਾ ਨਾਮ ਰੌਸ਼ਨ ਹੋਇਆ ਉਹ ਜਨਾਬ ਦੇਵ ਭਾਜੀ ਕਰਕੇ ਹੋਇਆ, ਕਿਉਂਕਿ ਇੱਕ ਉਹ ਐਸੀ ਕਲਮ ਸੀ। ਕਲਮਾਂ ਤਾਂ ਬਹੁਤ ਨੇ ਲੇਕਿਨ ਉਹ ਕੁਝ ਇੱਕ ਕਲਮਾਂ ਹੁੰਦੀਆਂ ਜਿਹੜੀਆਂ ਆਪਣੇ ਸੱਭਿਆਚਾਰ ਲਈ ਲਿਖਦੀਆਂ, ਆਪਣੇ ਇਤਿਹਾਸ ਲਈ ਲਿਖਦੀਆਂ, ਆਪਣੇ ਲੋਕ ਕਿੱਸਿਆਂ ਨੂੰ ਖੂਬਸੂਰਤੀ ਨਾਲ ਲਿਖਦੀਆਂ ਨੇ। ਤੇ ਜੇ ਪਾਕਿਸਤਾਨ ਦੇ ਵਿੱਚ ਬਰੀ ਨਿਜ਼ਾਮੀ ਔਰ ਸਾਦਿਕ ਇਕਬਾਲ ਵਰਗੇ ਹੋਏ ਹੈ ਤੇ ਸਾਨੂੰ ਇਹ ਮਾਣ ਹੈ ਕਿ ਸਾਡੇ ਕੋਲ ਇੱਕੋ ਹੀ ਐਸੀ ਕਲਮ ਸੀ 100 ਨਾਲ ਦੀ ਇੱਕ ਦੇਵ ਤਰੀਕਿਆਂ ਵਾਲਾ, ਕਿਉਂਕਿ ਇੱਦਾਂ ਦੇ ਸਪੂਤ ਲਿਖਾਰੀ ਕੋਈ ਮਾਂ ਪੈਦਾ ਕਰਦੀ ਹੈ। ਯੂਕੇ ਤੋਂ ਭਾਜੀ, ਇਹ ਚਾਚਾ ਜੀ ਕਹਿੰਦੇ ਸੀ ਉਹਨਾਂ ਨੂੰ, ਔਰ ਭਾਜੀ ਹੋਰੀ ਸਾਡੇ ਹਰਦਿਲ ਅਜ਼ੀਜ਼ ਜਰਨੈਲ ਤੂਰ ਸਾਹਿਬ ਤੇ ਸਾਰੇ ਰਿਸ਼ਤੇਦਾਰ ਸਾਹਿਬਾਨ ਉਹਨਾਂ ਦੇ ਇਸ ਵੇਲੇ ਗਮ ਦੇ ਸਮੁੰਦਰ 'ਚ ਡੁੱਬੇ ਹੋਏ ਨੇ। ਉਹਨਾਂ ਦੀ ਮਹਾਰੀਅਤ ਹਰ ਵਰਗ ਲਈ ਉਹਨਾਂ ਨੇ ਲਿਖਿਆ, ਹਰ ਟਰੈਕ ਤੇ ਲਿਖਿਆ, ਸੋਸ਼ਲ ਲਿਖਿਆ, ਲੋਕ ਗਾਥਾ ਲਿਖੀਆਂ, ਯੋਧਿਆਂ ਦੀਆਂ ਵਾਰਾਂ, ਵੀਰ ਰਸ ਲਿਖਿਆ। ਸੋ ਜੇ ਕਿਤੇ ਸੂਫੀ ਰੰਗ ਦੇ ਵਿੱਚ ਵੀ ਬੈਠੇ ਆ ਫਿਰ ਕਿ ਜੋ ਰੱਬ ਨੂੰ ਮਨਜ਼ੂਰ ਤੇ ਉਹੀ ਹੋਣਾ ਹੈ, ਕਿਉਂ ਸੋਚਾਂ ਵਿੱਚ ਡੁੱਬਿਆ ਕਾਹਦਾ ਰੋਣਾ ਹੈ। ਸੋ ਦੇਵ ਭਾਜੀ ਨੇ ਜ਼ਿੰਦਗੀ ਦੇ ਵਿੱਚ ਜਿਸ ਵੀ ਕਿਸੇ ਕਲਾਕਾਰ ਦਾ ਹੱਥ ਫੜਿਆ, ਫਨਕਾਰ ਦਾ ਹੱਥ ਫੜਿਆ, ਰੋਟੀ ਤਾਂ ਰੱਬ ਹੀ ਦਿੰਦਾ, ਪਰ ਇਹ ਵੀ ਦੇਵ ਭਾਜੀ ਵੀ ਸਾਡੇ ਕਲਾਕਾਰਾਂ ਦੇ ਅੰਨਦਾਤਾ ਹੀ ਰਹੇ ਨੇ। ਜੇ ਮਾਨਕ ਸਾਹਿਬ ਵਾਸਤੇ ਲਿਖਿਆ ਰੋਟੀ ਰੋਜ਼ੀ ਖੁੱਲੀ ਬਖਸ਼ਤੀ। ਸੋ ਮੈਂ ਇਹ ਕਹਿਣਾ ਹੁੰਦਾ, ਮੇਰੇ ਤੇ ਤਾਂ ਇੰਨੀ ਉਹਨਾਂ ਦੀ ਕਿਰਪਾ ਰਹੀ ਕਿ ਨੈਸ਼ਨਲ ਮਿਊਜ਼ਿਕ ਕਾਲਜ ਤੋਂ ਹੱਥ ਫੜ ਕੇ HMB ਦੀਆਂ ਪੌੜੀਆਂ ਤੱਕ ਲਿਜਾਣਾ, ਔਰ ਪਹਿਲਾ ਰਿਕਾਰਡ ਤੈਥੋਂ ਪੁੱਤ ਸਿਉਨਿਆ ਬੇਗਮ ਵਿਆਹੀ ਨਾ ਜਾਣੀ ਵੇ, ਪਿੰਡ ਦੇ ਥੜੇ ਤੇ ਗਵਾ ਕੇ ਮੇਰੀ ਰਿਕਾਰਡਿੰਗ ਬਾਅਦ 'ਚ ਕਰਵਾਈ ਉਹਨਾਂ ਨੇ। ਉਸ ਤੋਂ ਬਾਅਦ ਨੈਣਾ ਦੇ ਬੰਜਾਰੇ, 2 ਊਠਾਂ ਵਾਲੇ ਨੇ ਲੁੱਟ ਕੇ 680 ਦੀ ਲੈ ਗਏ, 30 ਲੌਂਗੋਵਾਲ ਦੀਆਂ, ਉੱਚਾ ਬੁਰਜ ਲਾਹੌਰ ਦਾ। ਔਰ ਫਿਰ ਮੈਨੂੰ ਕਹਿੰਦੇ ਹੁਣ ਤੂੰ ਇੱਕ ਐਸੇ ਮਕਾਮ ਤੇ ਆ ਗਿਆ, ਹੁਣ ਪਾਸ ਕਰ ਸਭ ਨੂੰ। ਮੈਂ ਕਿਹਾ ਜੀ ਮੈਂ ਕਿਵੇਂ ਕਰ ਸਕਦਾ? ਕਹਿੰਦੇ ਮੇਰੇ ਕੋਲ ਗਿੱਦੜ ਸਿੰਘ ਹੀ ਹੈਗੀ ਹੈ। ਉਹਨਾਂ ਨੇ ਝੋਲੇ ਦੇ ਵਿੱਚੋਂ ਫਾਈਲ ਕੱਢੀ, ਕਹਿੰਦੇ ਆਹ ਚੱਕ ਜਿਉਣਾ ਮੋੜ ਗਾ ਦੇ। ਤੇ ਜਿਉਣਾ ਮੋੜ ਤੇ ਰੈਸਲਾਂ ਹੋਈਆਂ, ਪ੍ਰੈਕਟਿਸ ਹੋਈ। ਫਿਰ ਇਹ ਗੱਲ ਸੀ ਕਿ ਓਪੇਰੇ ਭੈਣ ਜੀ ਨਰਿੰਦਰ ਬੀਬਾ ਜੀ ਨੇ ਬਹੁਤ ਅੱਛੇ ਗਾਏ ਆ, ਹੋਰਾਂ ਨੇ ਵੀ ਗਾਏ ਨੇ, ਪਾਕਿਸਤਾਨੀਆਂ ਨੇ ਵੀ ਗਾਏ ਨੇ। ਮੈਂ ਭਾਜੀ ਉਹਨਾਂ ਕੋਲ ਬੈਠਾ ਸੀ, ਬਾਹਰ ਤਰੀਕਿਆਂ ਵਾਲੇ ਠੇਕੇ ਤੇ ਬੈਠੇ ਸੀ ਪਿੱਛੇ ਤਖਤ ਪੋਸ ਤੇ। ਕਹਿੰਦੇ ਹੁਣ ਕੋਈ ਇਹੋ ਜਿਹਾ ਕੰਮ ਕਰੀਏ ਵੀ ਲੋਕ ਕਹਿਣ ਨਵੀਂ ਗੱਲ ਹੈ। ਫਿਰ ਸਾਡੇ ਚਾਰੇ ਪਾਸੇ ਉਹਨਾਂ ਦਿਨਾਂ 'ਚ ਇੱਕ ਰਿਕਾਰਡ ਐਡਵਾਂਸ ਹੀ ਰਿਲੀਜ਼ ਹੋ ਗਿਆ ਸੀ ਸ਼ੋਲੇ ਫਿਲਮ ਦਾ। ਅੱਛਾ ਜੀ। ਸ਼ੋਲੇ ਫਿਲਮ ਦੇ ਡਾਇਲੋਗ ਬਹੁਤ ਮਸ਼ਹੂਰ ਹੋਏ ਤੇ ਮੈਂ ਕਿਹਾ ਬਾਈ ਜੀ ਜਿਉਣਾ ਮੋੜ ਤਾਂ ਤੁਸੀਂ ਲਿਖਤਾ, ਹੁਣ ਇਹਦੇ ਡਾਇਲੋਗ ਵੀ ਆਪਾਂ ਲਿਖੀਏ।
ਕਿਉਂਕਿ ਜੇ ਸ਼ੋਲੇ ਫਿਲਮ ਅੱਜ ਤੱਕ ਹਿੱਟ ਹੈ ਉਹ ਡਾਇਲੋਗਾਂ ਕਰਕੇ ਵੀ ਹਿੱਟ ਹੈ, ਜੇ ਜਿਉਣਾ ਮੋੜ ਅੱਜ ਤੱਕ ਵੀ ਹਿੱਟ ਹੈ ਉਹ ਵੀ ਡਾਇਲੋਗਾਂ ਕਰਕੇ ਹੈ। ਉਹਨੂੰ ਇੱਕ ਨਵਾਂਪਣ ਦਿੱਤਾ, ਕਹਿੰਦੇ ਉਹ ਕੰਮ ਕਰਨਾ ਗਾਉਣ ਵਾਲੇ ਤਾਂ ਸਾਰੇ ਵਧੀਆ ਲੇਕਿਨ ਡਿਫਰੈਂਟ ਗੱਲ ਕਰਨੀ ਹੈ। ਸੋ ਉਹ ਵੀ ਸੋਚ ਉਹਨਾਂ ਦੀ ਸੀਗੀ। ਕੋਈ ਮਿੱਠੀ ਯਾਦ ਇਸ ਵਕਤ ਯਾਦ ਆ ਰਹੀ ਹੋਏ, ਕਿਉਂਕਿ ਜਦੋਂ ਵਿਛੋੜਾ ਹੁੰਦਾ ਤਾਂ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ, ਪੁਰਾਣੀਆਂ ਯਾਦਾਂ ਯਾਦ ਆਉਂਦੀਆਂ, ਉਹ ਇੱਕ ਕੁਝ ਫਲੈਸ਼ ਹੋ ਰਿਹਾ ਹੋਏਗਾ ਅੱਜ ਦਿਲ ਦੇ ਵਿੱਚ, ਜ਼ਹਿਨ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਕਿ ਉਹ ਸਮਾਂ ਬੇਹੱਦ ਬਿਹਤਰੀਨ ਸੀਗਾ ਜਦੋਂ ਉਸ ਵਕਤ ਮੁਲਾਕਾਤ ਹੋਈ ਸੀ ਤੇ ਉਹ ਜੋ ਮੈਨੂੰ ਸ਼ਬਦ ਕਹੇ ਸੀ ਉਹ ਪੂਰੇ ਹੋ ਗਏ। ਕੋਈ ਆਸ਼ੀਰਵਾਦ ਦੀਆਂ ਗੱਲਾਂ, ਕੁਝ ਵੀ ਕਿਹਾ ਹੋਏ। ਉਹਨਾਂ ਦੀ ਹਰ ਗੱਲ ਪੂਰੀ ਹੋਈ ਕਿਉਂਕਿ ਇੱਕ ਐਸੇ ਵਾਹਿਦ ਸ਼ਾਇਰ ਸੀ ਔਰ ਐਸਾ ਬ੍ਰੇਨ ਰੱਖਦੇ ਸੀ ਤੇ ਉਹ ਚਾਹੁੰਦੇ ਹੁੰਦੇ ਸੀ ਕਿ ਇਹ ਕੰਮ ਜੇ ਇਦਾਂ ਕੀਤਾ ਤੇ ਫਿਰ ਇਹ ਮੰਜ਼ਿਲ ਬਹੁਤ ਨੇੜੇ ਹੈ। ਸੋ ਮੈਨੂੰ ਯਾਦ ਹੈ ਕਿ ਜਿਉਣੇ ਮੋੜ ਤੋਂ ਬਾਅਦ ਕ੍ਰਿਸ਼ਨਾ ਮੋੜ ਵੀ ਕੀਤਾ ਤੇ ਸ਼ਹੀਦ ਭਗਤ ਸਿੰਘ ਲੈ ਕੇ ਤਾਂ ਉਹਨਾਂ ਨੇ ਫਿਰ ਉਹ ਕਮਾਲਾਂ ਕਰਤੀਆਂ ਕਿ ਗੱਲ ਸੁਣ ਮੇਰੀ ਅੰਮੀਏ ਨਹੀਂ, ਮੇਰੀ ਲਾਸ਼ ਲੈਣ ਨਹੀਂ ਆਉਣਾ। ਤੇ ਕਹਿੰਦੇ ਫਿਰ ਇਹ ਰਾਸ਼ਟਰਪਤੀ ਭਵਨ 'ਚ ਜੇ ਰਿਲੀਜ਼ ਹੋ ਜਾਏ ਉਹ ਵੀ ਯਾਦ ਕਰ। ਅੱਜ ਤਾਈਂ ਇੱਕੋ ਹੀ ਰਿਕਾਰਡ ਰਾਸ਼ਟਰਪਤੀ ਭਵਨ 'ਚੋਂ ਗਿਆਨੀ ਜ਼ੈਲ ਸਿੰਘ ਨੇ ਰਿਲੀਜ਼ ਕੀਤਾ ਸੀ ਰਾਸ਼ਟਰਪਤੀ, ਉਹ ਇਹ ਸੀ, ਉਹ ਇੱਛਾ ਦੇਵ ਭਾਜੀ ਦੀ ਸੀ। ਤੇ ਜਦੋਂ ਮੈਂ ਆ ਕੇ ਫੋਟੋ ਦਿਖਾਈ ਕਹਿੰਦੇ ਇੱਕ ਤਾਂ ਰਾਸ਼ਟਰਪਤੀ ਨੇ, ਇੱਕ ਆਪਣੀ ਬਰਾਦਰੀ ਹੈ। ਦੂਸਰੀ ਗੱਲ ਹੈ ਵੀ ਦੁਨੀਆ 'ਚ ਇੱਕ ਗੱਲ ਯਾਦ ਰਹੂਗੀ ਵੀ ਰਾਸ਼ਟਰਪਤੀ ਭਵਨ ਦੇ ਵਿੱਚ ਦੇਵ ਤਰੀਕਿਆਂ ਵਾਲੇ ਦਾ ਲਿਖਿਆ ਤੇ ਸੁਰਿੰਦਰ ਛਿੰਦੇ ਦਾ ਗਾਇਆ ਹੋਇਆ ਤੇ ਮੁੜ ਕੇ ਅੱਜ ਤੋਂ ਬਾਅਦ ਕੋਈ ਰਿਲੀਜ਼ ਨਹੀਂ ਹੋਇਆ ਉੱਥੇ। ਇਹ ਦਿਸ ਇਜ਼ ਦਾ ਹਿਸਟਰੀ ਸੋ ਇਨ ਮਾਈ ਬਾਇਓਲੋਜੀ। ਸੋ ਮੈਂ ਇੰਨਾ ਹੀ ਕਹਿ ਸਕਦਾ ਕਿ ਉਹਨਾਂ ਦੀਆਂ ਯਾਦਾਂ ਹੀ ਰਹਿਣਗੀਆਂ। ਤੁਰ ਜਾਂਦਾ ਜੱਗ ਤੋਂ ਬੰਦਾ, ਯਾਦਾਂ ਰਹਿ ਜਾਂਦੀਆਂ ਨੇ, ਜਾਂ ਕਹਿ ਲੋਗੇ ਕਿ ਰਹੇਗਾ ਜ਼ਮਾਨਾ तो तुम याद आओगे, यादें तो बहुत आएंगी पर तुम ना आओगे। ਹਰਦੇਵ ਦਲਗੀਰ ਸਾਹਿਬ। ਸੋ ਤੁਹਾਡਾ ਕਿਹੜਾ ਪਸੰਦੀਦਾ ਗਾਣਾ ਕਿਹੜਾ ਰਿਹਾ ਉਹਨਾਂ ਦੇ ਲਿਖੇ ਗੀਤਾਂ ਚੋਂ? ਕਿਹੜਾ ਗਾਣਾ ਤੁਹਾਨੂੰ ਬੇहद ਪਸੰਦ ਆਇਆ? ਮੈਂ ਕਹਿ ਨਹੀਂ ਸਕਦਾ ਕਿ ਕੋਈ ਇਹੋ ਜਿਹਾ ਗਾਣਾ ਹੋਵੇ ਜਿਹੜਾ ਉਹਨਾਂ ਨੇ ਲਿਖਿਆ ਹੋਵੇ ਤੇ ਮੈਨੂੰ ਪਸੰਦ ਨਾ ਹੋਵੇ। ਮੈਨੂੰ ਨਹੀਂ, ਸਾਰੇ ਸਰੋਤਿਆਂ ਨੂੰ ਪਸੰਦ ਸੀ। ਸੋ ਸਾਰਾ ਕੁਝ ਗਾਇਆ। ਸੋ ਕਿੰਨੇ ਇੱਕ ਜ਼ਿਕਰ ਕਰੀਏ, ਜੋ ਕੁਝ ਲਿਖਤਾ ਉਹ ਪ੍ਰਵਾਨ ਵੀ ਹੋਇਆ, ਉਹਦਾ ਸਨਮਾਨ ਵੀ ਹੋਇਆ। ਸੋ ਜਿਉਂਦੇ ਜੀ ਹਰਦੇਵ ਦਲਗੀਰ ਸੁਸਾਇਟੀ ਬਣਾਈ ਡਰਬੀ 'ਚ। ਮੈਨੂੰ ਯਾਦ ਹੈ, ਸ਼ਾਇਦ ਤੁਹਾਨੂੰ ਵੀ, ਮੈਂ ਵੀ ਉੱਥੇ ਇੰਗਲੈਂਡ ਸੀ ਤੇ ਦੇਵ ਭਾਜੀ ਨੇ ਕਿਹਾ ਵੀ ਸੁਰਿੰਦਰ ਛਿੰਦਾ ਤੇ ਸ਼ੌਕਤ ਅਲੀ ਦੋਨੋਂ ਆਏ ਹੋਏ ਨੇ, ਇਹਨਾਂ ਦੋਨਾਂ ਦਾ ਸਨਮਾਨ ਕਰੋ। ਤੇ ਫਿਰ ਮੈਂ ਖੁਸ਼ ਹਾਂ ਤੇ ਸਾਡਾ ਉਹ ਸਨਮਾਨ ਹੋਇਆ। ਸੋ ਇੱਕ ਨੇਕ ਇਨਸਾਨ ਔਰ ਬਿਨਾਂ ਗਰਜ਼ ਤੋਂ ਐਸੇ ਮੈਂ ਕਦੇ ਵੀ ਨਹੀਂ ਦੇਖਿਆ ਵੀ ਕਿਸੇ ਕਲਾਕਾਰ ਨੇ ਕਿਹਾ ਹੋਵੇ ਮੈਂ ਤੁਹਾਨੂੰ ਪੈਸੇ ਦਿੰਦਾ। ਉਹ ਕਹਿੰਦੇ ਸੀ ਤੁਸੀਂ ਚੰਗਾ ਗਾਓ, ਤੁਹਾਨੂੰ ਪੈਸੇ ਮੈਂ ਦਿੰਦਾ ਤੇ ਜਿਹੜਾ ਕੁਝ ਮੈਂ ਲਿਖੂੰਗਾ ਤੁਹਾਨੂੰ ਸਾਰੀ ਉਮਰ ਪੈਸੇ ਦੇਊਗਾ। ਇਹ ਉਹਨਾਂ ਦੇ ਖਿਆਲਾਤ ਸੀਗੇ ਦੇਵ ਭਾਜੀ ਦੇ। ਸੋ ਬਹੁਤ ਅੱਛੇ ਅੱਛੇ ਬੋਲਣ ਵਾਲੇ ਬੋਲਦੇ ਵੀ ਨੇ। ਸੋ ਕਈ ਵਾਰੀ ਉਹਨਾਂ ਦੀਆਂ ਅੱਖਾਂ ਦੇ ਮੂਹਰੇ ਹਨੇਰਾ ਆ ਜਾਂਦਾ ਵੀ ਦੇਵ ਤਰੀਕਿਆਂ ਵਾਲੇ ਨੂੰ ਗਾਉਣ ਵਾਲੇ ਹੋਰ ਵੀ ਬਹੁਤ ਬੈਠੇ ਆ। ਸੋ ਉਹਨਾਂ ਨੂੰ ਇਲਾਜ ਕਰਾਉਣਾ ਚਾਹੀਦਾ ਆਪਣੀਆਂ ਅੱਖਾਂ ਦਾ ਔਰ ਦਿਮਾਗ ਦਾ, ਕਿਉਂਕਿ ਦੇਵ ਭਾਜੀ ਦੇ ਅਸੀਂ ਸ਼ਾਗਿਰਦ ਹਾਂ। ਅਸੀਂ ਪੱਗ ਵੀ ਦਿੱਤੀ ਹੈ, ਰਿਸ਼ਤੇਦਾਰੀ ਵੀ ਹੈ, ਅਸੀਂ ਉਹਨਾਂ ਤੋਂ ਸਲਾਹਾਂ ਵੀ ਲਈਆਂ। ਸੋ ਉਹਨਾਂ ਦੀ ਕਿਰਪਾ ਨਾਲ ਸਭ ਕੁਝ ਹੈ। ਸੋ ਤੁਸੀਂ ਉਹਨਾਂ ਦੇ ਭਤੀਜੇ ਹੋ, ਤੁਸੀਂ ਕੀ ਕਹੋਗੇ? ਤੁਸੀਂ ਉਹਨਾਂ ਦੇ ਪਰਿਵਾਰਕ ਮੈਂਬਰ ਹੋ। ਕਿਹਾ ਜਾ ਰਿਹਾ ਕਿ ਉਹਨਾਂ ਦੀ ਪੋਤੀ ਦਾ ਵਿਆਹ ਵੀ 4 ਫਰਵਰੀ ਦਾ ਹੈ ਤੇ ਇਸ ਵਕਤ ਇਸ ਪਰਿਵਾਰ ਲਈ ਮੰਨ ਲੈਣਾ ਕਿ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਰਹੇ, ਖੁਸ਼ੀਆਂ ਦੇ ਵਿੱਚ ਸ਼ਾਮਲ ਨਹੀਂ ਹੋ ਪਾਣਗੇ, ਬੇहद ਔਖਾ ਹੈ। ਜੀ, ਮੈਂ ਸਰਬਜੀਤ ਸਿੰਘ ਗਰੇਵਾਲ ਇੰਗਲੈਂਡ ਤੋਂ। ਕਹਿੰਦੇ ਨੇ ਕਿ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਔਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨਾ ਸਹਾਈ। ਉਹਨਾਂ ਦੀ ਦੇਣ ਸੀ ਕਿ ਇੰਗਲੈਂਡ ਦੇ ਵਿੱਚ 2005 ਦੇ ਵਿੱਚ ਗੁਰੂ ਨਾਨਕ ਸਕੂਲ, ਇੱਕ ਸਿੱਖ ਸਕੂਲ ਪਹਿਲਾਂ ਬਣਿਆ ਸੀ ਜਿੱਥੇ ਕਿ ਅਸੀਂ ਮੇਲਾ ਰੱਖਿਆ ਸੀ। ਉਹ ਪਹਿਲਾ ਸਿੱਖ ਸਕੂਲ ਸੀ ਤੇ ਮੈਂ ਉਹਨਾਂ ਨੂੰ ਫੋਨ ਕੀਤਾ। ਮੈਂ ਕਿਹਾ ਵੀ ਚਾਚਾ ਜੀ, ਕਿਉਂਕਿ ਮੈਂ ਕਿਸੇ ਸਿੰਗਰ ਨੂੰ ਜਾਣਦਾ ਨਹੀਂ ਸੀ ਹੁੰਦਾ ਪਰਸਨਲ ਲੈਵਲ ਦੇ ਉੱਤੇ, ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਮੈਂ ਕਿਹਾ ਚਾਚਾ ਜੀ ਇੱਦਾਂ ਇੱਦਾਂ ਕਰਕੇ ਇੱਕ ਚੈਰਿਟੀ ਦੇ ਤੌਰ ਦੇ ਉੱਤੇ ਆਪਾਂ ਮੇਲਾ ਰੱਖ ਰਹੇ ਹਾਂ ਤੇ ਮੈਨੂੰ ਸਿੰਗਰ ਚਾਹੀਦੇ ਜਿਹੜੇ ਕਿ ਫ੍ਰੀ ਵਿੱਚ ਗਾਉਣ ਆਉਣ ਸਾਰੇ। ਤੇ ਮੈਂ ਕਿਹਾ ਵੀ ਮੈਨੂੰ ਸਭ ਤੋਂ ਪਹਿਲਾਂ ਸੁਰਿੰਦਰ ਛਿੰਦਾ ਜੀ ਦਾ फ़ोन नंबर दो।
ਸੋ ਮਾਲਕ ਇਦਾਂ ਮਿਲਾਉਂਦਾ ਕਿ ਉਹਨਾਂ ਨੇ ਪਹਿਲਾਂ ਤੋਂ ਮੈਨੂੰ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਤੇ ਜਿਨ੍ਹਾਂ ਨੂੰ ਮੈਂ ਟੈਲੀਫੋਨ ਕੀਤਾ ਮੈਂ ਕਿਹਾ ਵੀ ਬੜੇ ਭਾਈ ਇਸ ਕਰਕੇ ਅਸੀਂ ਇੱਕ ਮੇਲਾ ਰੱਖਿਆ ਕਿ ਗੁਰੂ ਨਾਨਕ ਸਿੱਖ ਸਕੂਲ ਪਹਿਲਾਂ ਇੱਥੇ ਬਣਿਆ ਤੇ ਮੈਨੂੰ ਸਾਰੇ ਵੀ ਚੈਰਿਟੀ ਦੇ ਤੌਰ ਤੇ ਰੱਖਿਆ ਤੇ ਤੁਹਾਨੂੰ ਪਤਾ ਚੈਰਿਟੀ ਦੇ ਤੌਰ ਤੇ ਬੜੀਆਂ ਹੇਰਾ ਫੇਰੀਆਂ ਹੁੰਦੀਆਂ ਨੇ ਤੇ ਮੈਨੂੰ ਇਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਵੀ ਚੈਰਿਟੀ ਦੇ ਤੌਰ ਤੇ ਬਹੁਤ ਹੇਰਾ ਫੇਰੀਆਂ ਹੁੰਦੀਆਂ ਨੇ ਵੀ ਤੁਸੀਂ ਇਹਦੀ ਕੋਈ ਪੇਮੈਂਟ ਵਗੈਰਾ ਕੌਣ ਕਰੇਗਾ। ਮੈਂ ਕਿਹਾ ਜੀ ਹਾਂਜੀ ਉਹ ਵੀ ਬੰਦਾ ਹੈਗਾ। ਕਹਿੰਦੇ ਕੌਣ? ਮੈਂ ਕਿਹਾ ਗੁਰੂ ਨਾਨਕ ਸਾਹਿਬ ਆਪ ਕਰਨਗੇ ਜੀ। ਇਹ ਕਹਿੰਦੇ ਫਿਰ ਤਾਂ ਮੈਂ ਆ ਹੀ ਰਿਹਾ। ਸੋ ਉਹ ਮਿਲਾਉਣ ਵਾਲੇ ਇਹਨਾਂ ਨੂੰ ਸਾਡੇ ਚਾਚਾ ਜੀ ਸਨ ਤੇ ਅਸੀਂ ਬਚਪਨ ਤੋਂ ਹੀ ਬਹੁਤ ਇੱਕ ਦੂਜੇ ਦੇ ਨਜ਼ਦੀਕ ਹੈ ਕਿਉਂਕਿ ਸਾਡਾ ਘਰ ਦੀ ਕੰਧ ਵੀ ਸਾਂਝੀ ਸੀ ਤੇ ਆਪਣੇ ਘਰ ਦਾ ਜੋ ਪਿਛਲਾ ਦਰਵਾਜ਼ਾ ਸੀ ਇਹਨਾਂ ਦੇ ਘਰ ਵਿੱਚ ਖੁੱਲ੍ਹਦਾ ਸੀ, ਇੱਕ ਦੂਜੇ ਦੇ ਨਾਲ ਹਮੇਸ਼ਾ ਹੀ ਮਿਲਿਆ ਕਰਦੇ ਸੀ। ਇੱਥੇ ਤੱਕ ਕਿ ਮੇਰੇ ਤਾਈ ਜੀ ਦੇ ਕੋਲ ਇਹਨਾਂ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਸੀ ਦੇਵ ਤਰੀਕਿਆਂ ਨੇ ਤੇ ਸਾਡੇ ਤਾਈ ਜੀ ਨੂੰ ਜੋ ਕਿ ਉਸ ਟਾਈਮ ਤੇ ਇੰਗਲੈਂਡ ਵਿੱਚ ਸੀ, ਇੱਥੇ ਮੇਰੇ ਬ੍ਰਦਰ ਦਾ ਵਿਆਹ ਸੀ ਤਾਂ ਉਹਨਾਂ ਨੇ ਮੰਨਿਆ ਕਿ ਇੱਕ ਮੇਰੀ ਮਾਂ ਇੱਥੇ ਸੀ ਤੇ ਇੱਕ ਮੇਰੀ ਮਾਂ ਇੰਗਲੈਂਡ ਵਿੱਚ। ਇੰਨੀ ਪਿਆਰ ਭਿੱਜੀ ਉਹਨਾਂ ਦੀ ਰੂਹ ਸੀਗੀ ਕਿ ਤੁਹਾਨੂੰ ਦੱਸ ਹੀ ਨਹੀਂ ਸਕਦੇ ਕਿ ਬਾਕੀ ਜੋ ਉਹਨਾਂ ਦਾ ਸਰੀਰ ਤੱਕ ਕਣ ਜੋ ਸੀ ਨਾ ਉਹ ਲਫ਼ਜ਼ਾਂ ਦੇ ਨਾਲ ਭਰਿਆ ਹੋਇਆ ਸੀ ਤੇ ਇੰਨੇ ਬਿਊਟੀਫੁਲ ਲਫ਼ਜ਼ ਉਹਨਾਂ ਦੇ ਕੋਲ ਹੁੰਦੇ। ਮੈਨੂੰ ਯਾਦ ਹੈ ਕਿ ਮੈਂ 13 ਸਾਲਾਂ ਬਾਅਦ ਪਹਿਲੀ ਵਾਰੀ ਜਦੋਂ ਇੰਗਲੈਂਡ ਤੋਂ ਵਾਪਸ ਆਇਆ ਤੇ ਸਾਡੇ ਚਾਚੀ ਜੀ ਉਹਨਾਂ ਦੇ ਘਰੋਂ ਮੈਂ ਕਿਹਾ ਚਾਚੀ ਜੀ ਕੀ ਹਾਲ ਚਾਲ ਹੈ, ਸਾਰੇ ਸਤਿ ਸ਼੍ਰੀ ਅਕਾਲ ਬੁਲਾ ਕੇ ਮੈਂ ਕਿਹਾ ਚਾਚਾ ਜੀ ਕਿੱਥੇ ਨੇ ਤੇ ਮੈਨੂੰ ਫੜ ਕੇ ਕੋਠੇ ਲੈ ਗਏ। ਕਹਿੰਦੇ ਆ ਤੇਰੇ ਚਾਚੇ ਨੂੰ ਦਿਖਾਵਾਂ। ਮੈਂ ਕਿਹਾ ਕੀ ਹਾਲ ਆ? ਕਹਿੰਦੇ ਉੱਦਾਂ ਦਾ ਹੀ ਆ ਜਿੱਦਾਂ ਦਾ 13 ਸਾਲ ਪਹਿਲਾਂ ਛੱਡ ਕੇ ਗਿਆ ਸੀ। ਸੁੱਤੇ ਪਏ ਨੇ। ਮੈਂ ਜਾ ਕੇ ਕਿਹਾ ਚਾਚਾ ਜੀ ਸਤਿ ਸ਼੍ਰੀ ਅਕਾਲ। ਅੱਖ ਵੀ ਨਹੀਂ ਖੋਲੀ। ਕਹਿੰਦੇ ਸਰਬਾ ਆ ਗਿਆ। ਯਾਨੀ ਇੰਨੀ ਤਗੜੀ ਯਾਦਾਸ਼ਤ, ਮੈਂ ਹੈਰਾਨ ਹੋ ਗਿਆ ਸੁਣ ਕੇ। ਸੋ ਬਹੁਤ ਹੀ ਉਸ ਤੋਂ ਬਾਅਦ ਉਹ 2010 ਦੇ ਵਿੱਚ ਇੰਗਲੈਂਡ ਵੀ ਜਾ ਕੇ ਆਏ ਸੀ। ਉਹਨਾਂ ਦੇ ਵੱਡੇ ਬੇਟੇ, ਉਹਨਾਂ ਦੇ ਪੋਤਰੇ ਤੇ ਸਾਡੀਆਂ ਉਹ ਯਾਦਾਂ ਨੇ ਉੱਥੇ ਦੀਆਂ ਸੰਭਾਲੀਆਂ ਹੋਈਆਂ ਜੀ। ਸੋ ਅੱਜ ਮੈਨੂੰ ਪਤਾ ਨਹੀਂ ਸੀ, ਮੈਂ ਹਲੇ ਰਾਤ ਹੀ ਬੈਠੇ ਗੱਲਾਂ ਕਰ ਰਹੇ ਸੀ ਤੇ ਹਰਜੀਤ ਹੁਣ ਹਰਮਨ ਹੋਣਾ ਦੇ ਨਾਭੇ ਘਰੇ ਕਿਉਂਕਿ ਬਹੁਤ ਪਿਆਰ ਹੈ ਇਹਨਾਂ ਸਾਰਿਆਂ ਦੇ ਨਾਲ ਉਸ ਗੁਰੂ ਨਾਨਕ ਸਕੂਲ ਦੇ ਮੇਲੇ ਤੋਂ ਹੀ ਤੇ ਬਸ ਰਾਤ ਹੀ ਗੱਲਾਂ ਕਰ ਰਹੇ ਸੀ। ਮੈਂ ਕਿਹਾ ਚਾਚਾ ਜੀ ਨੂੰ ਕੱਲ੍ਹ ਜਾਂ ਪਰਸੋਂ ਨੂੰ ਮਿਲਣ ਜਾਊਂਗਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਅੱਜ ਮਿਲਾਪ ਇਸ ਤਰ੍ਹਾਂ ਹੋਏਗਾ। ਸੋ ਬੜਾ ਹੀ ਸੋਗ ਹੈ ਦਿਲ ਨੂੰ। ਮੈਂ ਡੇਲੀ ਪੋਸਟ ਸਾਰੇ ਚੈਨਲਸ ਨੂੰ ਪਿਆਰ ਕਰਦਾ ਬਟ ਡੇਲੀ ਪੋਸਟ ਇਜ਼ ਦਾ ਮੇਰਾ ਆਪਣਾ ਹੀ ਹੈ। ਸੋ ਬੇਟੀ ਦਾ ਇਹਦਾ ਮੈਸੇਜ ਗਿਆ ਸੀ। ਸੋ ਕਲਮਾਂ ਵੱਡੀਆਂ ਵੱਡੀਆਂ ਜੱਗਾ ਗਿੱਲ ਸਾਹਿਬ ਦੇਖੋ ਕਿਆ ਬਾਤ ਹੈ। ਧੂਣਾ ਰੋਡੇ ਨੇ ਦਰਾਂ ਦੇ ਮੂਹਰੇ ਲਾਇਆ ਜਲਾਲੀ ਦੇ ਦੀਦਾਰ ਵਾਸਤੇ। ਮੇਰੇ ਸ਼ਾਗਿਰਦ ਆਏ ਹੋਏ ਨੇ ਮਲਹਾਰ ਸਾਹਿਬ, ਗੋਲਡੀ ਚੌਹਾਨ। ਸੋ ਅੰਤਮ ਯਾਤਰਾ ਦੇ ਵਿੱਚ ਜੋ ਉਹਨਾਂ ਦਾ ਰੱਥ ਬਣਾਇਆ ਗਿਆ ਇਹ ਸਭ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਔਰ ਇਹ ਸਦੀਵੀਂ ਯਾਦ ਰਹੂਗਾ ਉਹਨਾਂ ਦੀ ਅੰਤਮ ਯਾਤਰਾ। ਔਰ ਕੁੱਲ ਦੁਨੀਆ ਦੇ ਵਿੱਚ ਅੱਜ ਇਹ ਯਾਤਰਾ ਦਿਖਾਈ ਗਈ ਹੈ। ਮੈਂ ਪੂਰੇ ਮੀਡੀਆ ਦਾ, ਇੱਥੇ ਦੀ ਪੰਚਾਇਤ ਦਾ, ਸਰਪੰਚ ਸਾਹਿਬ ਦਾ, ਬਾਈ ਜੀ ਹੋਰਾਂ ਦਾ, ਗਰੇਵਾਲ ਫੈਮਲੀਆਂ ਦਾ ਮੈਂ ਆਈ ਐਮ ਰੀਅਲੀ ਵੈਰੀ ਥੈਂਕਫੁਲ ਟੂ ਜਿਹੜੇ ਸਾਰੇ ਆਏ ਨੇ। ਥੈਂਕ ਯੂ ਸੋ ਨਾਈਸ। ਸੋ ਕੈਮਰਾਮੈਨ ਦਰਸ਼ੀ ਦੇ ਨਾਲ ਜਸਨੂਰ ਤਵਨ, ਡੇਲੀ ਪੋਸਟ ਪੰਜਾਬੀ, ਪਿੰਡ ਥਰੀਕੇ।